ਦਰਸ਼ਨ ਸਿੰਘ ਰੰਧਾਵਾ, ਮੈਂ ਜਮਹੂਰੀ ਕਿਸਾਨ ਸਭਾ ਦਾ ਆਗੂ। ਅੱਜ ਅਸੀਂ RMPI ਦੀ ਤਰਫੋਂ ਅੱਜ ਕਰਤਾਰ ਸਿੰਘ ਸਰਾਭੇ ਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਉਹਦਾ ਸ਼ਹੀਦੀ ਦਿਹਾੜਾ ਅੱਜ 16 ਨਵੰਬਰ ਆ। ਅੱਜ ਦੇ ਦਿਨ 105 ਸਾਲ ਪਹਿਲੋਂ ਗੋਰਿਆਂ ਨੇ ਉਹਨੂੰ ਸ਼ਹੀਦ ਕੀਤਾ ਬਿਨਾਂ ਕਿਸੇ ਸਬੂਤ ਦੇ, ਝੂਠੀਆਂ ਗਵਾਹੀਆਂ ਕਰਾਈਆਂ। ਔਰ ਐਡਾ ਬੰਦਾ ਕੈਮਿਸਟਰੀ ਦੀ MSc ਕਰਨ ਗਿਆ, ਬੜਾ ਦੇਸ਼ ਭਗਤ ਸੀ। ਇੱਕ ਇਹੀ ਸਾਡਾ ਅੱਜ ਦਾ ਦਿਨ, ਉਹਦਾ ਦਿਹਾੜਾ ਮਨਾਇਆ, ਸਹੁੰਆਂ ਖਾਧੀਆਂ ਤੇ ਉਹਦਾ ਜਿਹੜਾ ਅਧੂਰਾ ਕਾਜ ਆ ਸਾਮਰਾਜ ਖਿਲਾਫ ਯੁੱਧ, ਜਿਹੜਾ ਸਰਮਾਏਦਾਰੀ ਪ੍ਰਬੰਧ ਖਿਲਾਫ, ਇਹਦੇ ਖਾਤਮੇ ਤੱਕ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ। ਦੂਜਾ ਮੁੱਦਾ ਵਾ ਖੇਤੀ ਕਾਨੂੰਨਾਂ। ਖੇਤੀ ਕਾਨੂੰਨਾਂ ਦੇ ਹੱਕ ਦਾ RMPI ਦੀ ਤਰਫੋਂ ਪ੍ਰੋਟੈਸਟ ਆ। ਸਾਰੇ ਪੰਜਾਬ ਦੇ ਕਾਫੀ 18-20 ਜ਼ਿਲ੍ਹਿਆਂ 'ਚ ਆ, 2.5-3 ਘੰਟੇ ਹੋ ਗਏ ਲੋਕਾਂ ਨੂੰ ਆਇਆ ਨਹੀਂ। ਉਹ ਆ ਵੀ ਇਹ ਕਾਨੂੰਨ ਇਕੱਲੇ ਕਿਸਾਨਾਂ ਦੀ ਨਹੀਂ ਬਰਬਾਦੀ ਮਚਾਉਂਦੇ, ਦੁਕਾਨਦਾਰ, ਆੜ੍ਹਤੀਆ, ਗਰੀਬ ਬੜਾ ਬੰਦਾ, ਪਿੰਡ ਦਾ ਦਿਹਾੜੀਦਾਰ ਕਾਮਾ, ਜਿਹੜਾ ਐਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਕਾਨੂੰਨ ਇਹਨਾਂ ਲਿਆਂਦਾ, ਉਹ 'ਚ ਸਟਾਕਿਸਟਾਂ ਨੂੰ ਸਬਜ਼ੀ, ਅਨਾਜ, ਫਲ ਫਰੂਟ ਬੇਸ਼ੁਮਾਰ ਇਕੱਠਾ ਕਰਨ ਦੀ ਆਗਿਆ ਦੇ। ਇਹਨੇ ਸਭ ਤੋਂ ਜ਼ਿਆਦਾ ਨੁਕਸਾਨ ਗਰੀਬ ਦਾ ਕਰਦਾ। ਗਰੀਬ ਬੜਾ ਬੰਦਾ ਕਿਹੜਾ ਹੁੰਦਾ ਜਿਹੜਾ ਦਿਹਾੜੀ ਜਾਂਦਾ, ਫਿਰ ਤੋਂ ਆਪਣੀ ਕਮਾਈ ਦਾ ਸਾਧਨ ਕੋਈ ਨਹੀਂ, ਉਹ ਆਪਣੀ ਕਿਰਤ ਵੇਚ ਕੇ ਗੁਜ਼ਾਰਾ ਕਰਦਾ, ਉਹਦਾ ਰਗੜਾ ਜ਼ਿਆਦਾ। ਨੰਬਰ 2 ਤੇ ਕਿਸਾਨ ਮਾਰਿਆ ਜਾਣਾ। ਕਿਸਾਨ ਵੇਖੋ ਆਉਂਦੇ ਆ ਵੀ ਇਹ ਜਿਣ ਸੋਨੇ ਦੇ ਨਾਲ ਮਦਰਾਸ ਵੇਚੋ, ਕਲਕੱਤਾ ਵੇਚੋ ਮਹਿੰਗੀ। ਥੋੜਾ ਮੇਰੇ ਕੋਲ ਕਸ਼ਮੀਰ ਤੋਂ ਇਹ ਬੰਦੇ ਚੰਗੇ ਭਲੇ ਕਿਸਾਨ ਇਹ ਜਾ ਹੀ ਨਹੀਂ ਸਕਦੇ। ਅੰਮ੍ਰਿਤਸਰ ਤੋਂ ਅਗਲੇ ਬੰਨੇ ਇਹਨਾਂ ਕੋਲ ਸਾਧਨ ਹੀ ਹੈ ਨਹੀਂ ਵੀ ਆਪਣੀ ਜਿਣਸ ਦੂਰ ਕਰਾਦੇ। ਤੀਜਾ ਕੰਟਰੈਕਟ ਫਾਰਮਿੰਗ ਆ। ਹੁਣ ਵੇਖੋ ਇੱਥੇ ਸਾਡਾ ਤਾਂ ਨਹੀਂ ਕੰਮ ਚੱਲਦਾ। ਅਮਰੀਕਾ 'ਚ ਛੋਟਾ ਜਿਹੜਾ ਖੇਤ ਆ 450 ਏਕੜਾਂ ਦਾ, ਜਿਹੜਾ ਛੋਟਾ ਫਾਰਮ ਆ 450 ਏਕੜਾਂ ਦਾ। ਆਪਣਾ 1.5 ਏਕੜ ਆ, ਕਿੱਲੇ ਦੀ ਖੇਤੀ, ਕਿਸੇ ਕੋ 2 ਦੀ ਆ, ਕਿਸੇ ਕੋ 3 ਕਿੱਲਿਆਂ ਦੀ ਖੇਤੀ। ਇੱਥੇ ਕੰਟਰੈਕਟ ਫਾਰਮਿੰਗ ਜਿਹੜੀ ਹੈਗੀ ਇਹ ਮੋਦੀ ਹੁਣੀ ਸਮਝਦੇ ਨਹੀਂ। ਆ ਲੁੱਟਾਂ ਖੋਹਾਂ ਚਲਦੀਆਂ ਬੇਸ਼ੁਮਾਰ, ਬੈਂਕ ਲੁੱਟਿਆ ਜਾਂਦਾ, ਬੱਚੇ ਵਿਹਲੇ ਆ ਤੇ ਉਹਨਾਂ ਦੇ ਢਿੱਡ ਨੂੰ ਰੋਟੀ ਤੇ ਚਾਹੀਦੀ ਆ। ਉਹ 4 ਬੰਦੇ ਸਲਾਹ ਕਰਦੇ ਆ, ਰਿਵਾਲਵਰ ਕਿਤੋਂ ਲੈਂਦੇ ਆ, ਉਹ ਬੈਂਕ 'ਚ ਜਾ ਵੜਦੇ, ਕਿਤੋਂ 18 ਲੱਖ ਲੁੱਟਿਆ, ਕਿਤੋਂ 12 ਲੱਖ। ਅੱਛਾ, ਜਦੋਂ ਇਹ ਕਿਸਾਨਾਂ ਬਾਰੇ ਆਉਣਾ, ਇਹ ਤੇ 65% ਵਸੋਂ ਉੱਥੇ ਲੱਗੀ ਰੁੱਝੀ ਆ। ਦੁੱਧ ਵੇਚਦੇ ਆ, ਸਬਜ਼ੀ ਵੇਚਦੇ ਆ, ਪੱਠਾ ਵੇਚਦੇ ਆ, ਅਨਾਜ ਵੇਚਦੇ ਆ। ਇਹਨਾਂ ਦੇ ਬੱਚੇ ਵਿਹਲੇ ਹੋ ਜਾਣੇ ਆ। ਇਹ ਫਿਰ ਹੋਰ ਕੋਈ ਨਹੀਂ ਰਾਹ ਬਚਦਾ ਹੁੰਦਾ। ਵਿਹਲਾ ਬੰਦਾ ਰੋਟੀ ਖਾਣ ਲਈ ਕੋਈ ਨਾ ਕੋਈ ਕਰਾ ਲੈਂਦਾ। ਇਹ ਕਰਕੇ ਅਸੀਂ ਇਹ 5 ਮਹੀਨਿਆਂ ਦੇ ਲੱਗੇ ਆ। ਜੂਨ 'ਚ ਆਉਂਦੇ ਆ, ਮਈ ਦੀ ਤਿਆਰੀ ਤਾਂ ਅਸੀਂ ਕਰਦੇ ਆ, ਪਰ ਅਜੇ ਮੋਦੀ ਪੂਰੀ ਹਰੀ ਕਰਕੇ ਬੈਠਾ। ਹੁਣ ਸਾਡਾ ਆਖਰੀ ਆ ਕਿ 26-27 ਨੂੰ 2 ਰੋਜ਼ਾ ਕਰਨਾ, 26 ਨੂੰ ਨਾਰਥ ਇੰਡੀਆ ਬਹਿਣਾ, 27 ਨੂੰ ਸਾਊਥ ਸਟੇਟਾਂ ਬਹਿਣੀ ਦਿੱਲੀ। ਮੈਂ ਤੁਸੀਂ ਜਾਓ। ਅਮਰਜੀਤ ਸਿੰਘ ਸਿੱਧੂ, ਸਾਬਕਾ ਪ੍ਰੋਫੈਸਰ, ਯੂਨੀਵਰਸਿਟੀ ਬਿਜ਼ਨਸ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਅੱਜ ਇੱਥੇ ਕਿਸਾਨਾਂ ਵੱਲੋਂ ਕੀਤੇ ਗਏ ਆਰਗੇਨਾਈਜ਼, ਜਿਹੜਾ ਕਿ ਸੈਂਟਰ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਬਾਰੇ ਗੱਲ ਸੀ, ਔਰ ਜਿਸ ਨੂੰ ਅੱਜ ਬਹੁਤ ਹੀ ਮਹਾਨ ਸਾਡੇ ਜਿਹੜੇ ਰੈਵੋਲੂਸ਼ਨਰੀ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਦਿਨ ਦੇ ਨਾਲ ਜੋੜਿਆ ਗਿਆ, ਕਿਉਂਕਿ ਨਵੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਆਪਣੀ ਕੇਵਲ 19 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਿੱਤੀ ਸੀ। ਸੋ ਉਹਨੂੰ ਵੀ ਯਾਦ ਕੀਤਾ ਗਿਆ। ਔਰ ਮੈਂ ਸਮਝਦਾ ਕਿ ਇਹ ਜਿਹੜੇ ਕਾਨੂੰਨਾਂ ਦਾ, ਜੋ ਖੇਤੀ ਕਾਨੂੰਨਾਂ ਦਾ ਜੋ ਵਿਦਰੋਹ ਹੋ ਰਿਹਾ, ਉਹ ਇੱਕ ਬਿਲਕੁਲ ਸਹੀ ਹੈ, ਕਿਉਂਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਇੱਕ ਉਹ ਸੂਬਾ ਸੀ ਜਿਸ ਦੇ ਵਿੱਚ ਮੰਡੀਕਰਨ ਨੂੰ ਡਿਵੈਲਪ ਕੀਤਾ ਗਿਆ ਸੀ, ਔਰ ਜਿਹੜਾ ਕਿ ਇੱਕ ਮਾਡਲ ਦੇ ਤੌਰ ਦੇ ਉੱਤੇ ਬਾਕੀ ਸੂਬਿਆਂ ਦੇ ਵਿੱਚ ਲਾਗੂ ਹੋਣਾ ਚਾਹੀਦਾ ਸੀ। ਉਸ ਦੇ ਵਿੱਚ ਚੰਗੀਆਂ ਤਰਮੀਮਾਂ ਕਰਨ ਦੀ ਬਜਾਏ ਉਸ ਨੂੰ ਉਹਦੇ ਵਿੱਚ ਪਛਾਂ ਖਿੱਚੂ ਜਿਹੜੀਆਂ ਤਰਮੀਮਾਂ ਕਰਕੇ ਜਿਹੜਾ ਸੀਗਾ ਉਸ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਮੈਂ ਇਹ ਸਮਝਦਾ ਕਿ ਕਿਸਾਨਾਂ ਦੀ ਇਹ ਸਹੂਲਤ ਸੀ ਕਿ ਇੱਕ ਪ੍ਰੋਪਰ ਮੰਡੀਕਰਨ ਹੋਵੇ, ਔਰ ਉੱਥੇ ਇੱਕ ਮੰਡੀ ਹੈ ਜਿਸ ਦੇ ਵਿੱਚ ਅਸੀਂ ਇਹ ਇਨਸ਼ੋਰ ਕਰ ਸਕਦੇ ਹਾਂ ਕਿ ਕਿਸਾਨਾਂ ਨੂੰ ਜਿਹੜੀ ਆ ਘੱਟੋ ਘੱਟ ਉਜਰਤ ਜਿਹੜੀ ਉਹਨਾਂ ਦੀ ਜਿਹੜੀ ਮੁੱਲ ਹੈ
ਕੀਮਤ ਹੈ ਫਸਲ ਦੀ ਉਹ ਮਿਲਦੀ ਹੈ। ਅਗਰ ਇਹ ਮੰਡੀ ਖਤਮ ਹੋ ਜਾਏਗੀ, ਜਿਸ ਤਰ੍ਹਾਂ ਦੀ ਸੋਧ ਕੀਤੀ ਗਈ ਇਹਨਾਂ ਕਾਨੂੰਨਾਂ ਦੇ ਵਿੱਚ, ਔਰ ਉਹਦੇ ਨਾਲ ਹੀ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧਾਂ ਕਰ ਲਈਆਂ, ਜਿਹਦੇ ਨਾਲ ਕਿਸੇ ਲੈਵਲ ਤੱਕ ਮਹਿੰਗਾਈ ਤੇ ਜਿਹੜੀ ਖੋਰੀ ਹੈ, ਜਮ੍ਹਾਖੋਰੀ ਆ, ਉਹਦੇ ਉੱਤੇ ਇੱਕ ਨਕੇਲ ਪਾਉਣ ਦਾ ਕੋਸ਼ਿਸ਼ ਕੀਤੀ ਗਈ ਸੀ ਪੁਰਾਣੀ ਸਰਕਾਰ ਵੱਲੋਂ, ਉਹਨੂੰ ਜਿਹੜਾ ਖਤਮ ਕਰਕੇ ਨਵਾਂ ਬਿੱਲ ਲਿਆਉਣਾ, ਇਹ ਇੱਕ ਬਹੁਤ ਵੱਡਾ ਬੜਾਵਾ ਹੋਏਗਾ ਜਿਹੜੀ ਸਾਡੀ ਜਮ੍ਹਾਖੋਰੀ ਆ, ਔਰ ਜਿਹਦਾ ਕਿ ਬਹੁਤ ਵੱਡਾ ਅਸਰ ਪੈਂਦਾ ਗਰੀਬ ਜਨਤਾ ਦੇ ਉੱਤੇ, ਜਿਹਦੇ ਨਾਲ ਕੀਮਤਾਂ ਹਮੇਸ਼ਾ ਜਿਹੜੀਆਂ ਉਹ ਵੱਧਦੀਆਂ। ਇਸੇ ਤਰ੍ਹਾਂ ਜਿਹੜਾ ਕੰਟਰੈਕਟ ਫਾਰਮਿੰਗ ਆ, ਉਹਦੇ ਵਿੱਚ ਵੀ ਬਹੁਤ ਵੱਡੀਆਂ ਤਰੁੱਟੀਆਂ ਨੇ ਜਿਹੜੀਆਂ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ, ਕਿਉਂਕਿ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੇ ਕੰਟਰੈਕਟ ਫਾਰਮਿੰਗ ਸੰਸਾਰ ਲੈਵਲ ਤੇ ਵੀ ਲਾਗੂ ਹੋਈ ਆ, ਸਾਡੇ ਕੋਲ ਇਸ ਗੱਲ ਦੇ ਬਹੁਤ ਪੁਖਤਾ ਪ੍ਰੂਫ ਨੇ ਕਿ ਕਿਸਾਨਾਂ ਦਾ ਹਮੇਸ਼ਾ ਹੀ ਇਹਦੇ ਨਾਲ ਜਿਹੜਾ ਉਹ ਘਾਣ ਹੋਇਆ, ਔਰ ਜਿਹੜਾ ਕਿ ਪੰਜਾਬ ਦੇ ਕਿਸਾਨ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਇਹਨੂੰ ਬਹੁਤ ਸਮੇਂ ਦੇ ਉੱਤੇ ਉੱਠ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਔਰ ਹਾਂਜੀ MSP ਮੈਂ ਸਮਝਦਾ ਕਿ MSP ਦਾ ਜੇ ਬੜੇ ਥੋੜੀ ਫਸਲਾਂ ਦੇ ਉੱਤੇ ਲਾਗੂ ਸੀ, ਜਿਵੇਂ ਖਾਸ ਤੌਰ ਦੇ ਉੱਤੇ ਕਣਕ, ਝੋਨਾ, ਕਪਾਹ, ਇਹਨਾਂ ਦੇ ਉੱਤੇ ਲਾਗੂ ਸੀ, ਜਾਂ ਕਿਸੇ ਹੱਦ ਤੱਕ ਸ਼ੂਗਰ ਕੇਨ ਦੇ ਉੱਤੇ ਲਾਗੂ। ਅਸੀਂ ਜੇ ਡਾਇਵਰਸੀਫਿਕੇਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਇੱਕ MSP ਦਾ ਬਹੁਤ ਵੱਡਾ ਰੋਲ ਹੋ ਸਕਦਾ, ਪਰ ਅਸੀਂ ਤਾਂ ਉਹਨੂੰ ਪਿਛਾਂਹ ਨੂੰ ਲਿਜਾਣ ਲੱਗ ਪਏ ਹਾਂ। ਅਸੀਂ ਬਜਾਏ ਇਸ ਦੇ ਕਿ ਹੋਰ ਫਸਲਾਂ ਜਿਹੜੀਆਂ ਇਸ ਦੇ ਤਹਿਤ ਲੈ ਕੇ ਆਈਏ ਕਿ MSP ਜਿਹਦੇ 'ਚ ਇਨਸ਼ੋਰ ਕੀਤੀ ਜਾਵੇ, ਔਰ ਮੈਂ ਨਾਲ ਇਸ ਗੱਲ ਦਾ ਧਾਰਨੀ ਆ ਕਿ MSP ਇਨਸ਼ੋਰ ਨਹੀਂ ਕੀਤੀ ਜਾ ਸਕਦੀ ਜੇ ਇੱਕ ਖਾਸ ਕਿਸਮ ਦੀ ਮੰਡੀ ਨਹੀਂ ਹੋਏਗੀ, ਜਿੱਥੇ ਰੂਲਸ ਐਂਡ ਰੈਗੂਲੇਸ਼ਨ ਨਹੀਂ ਹੋਣਗੇ। ਨਵੇਂ ਬਿੱਲ ਦੇ ਵਿੱਚ ਇਹ ਹੈ ਕਿ ਮੰਡੀ ਦੀ ਲੋੜ ਹੀ ਨਹੀਂ, ਜਿਹੜਾ ਮਰਜ਼ੀ ਮੇਰੇ ਵਰਗਾ ਆਵੇ ਔਰ ਉਹ ਆਪਣੀ ਫਸਲ ਖਰੀਦ ਕੇ ਲੈ ਜੇ। ਤੁਹਾਡੇ ਕੋਲ ਕੇਵਲ ਇੱਕ ਤੁਹਾਡਾ ਜਿਹੜਾ ਹੈਗਾ ਉਹ ਇੱਕ ਕਾਰਡ ਚਾਹੀਦਾ ਤੁਹਾਡੇ ਕੋਲ, ਉਹ ਤੋਂ ਉਹਦੇ ਨਾਲ ਤੁਸੀਂ ਪਰਚੇਜ ਕਰ ਸਕਦੇ ਜੀ। ਸੋ ਇਹ ਜਿਹੜੀ ਆ ਕਿਸਾਨੀ ਨੂੰ ਪ੍ਰਫੁੱਲਤ ਕਰਨ ਦੇ ਖਿਲਾਫ ਹੈ। ਕਿਸਾਨੀ ਨੂੰ ਅਗਰ ਅਸੀਂ ਬਚਾਉਣਾ ਹੈ, ਕਿਸਾਨੀ ਨੂੰ ਉਹਨਾਂ ਦੇ ਕ੍ਰਾਈਸਿਸ ਜੋ ਕੱਢਣਾ ਹੈ, ਤਾਂ ਸਾਨੂੰ ਇਸ ਸਿਸਟਮ ਨੂੰ ਹੋਰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਇਹਨੂੰ ਮਜ਼ਬੂਤ ਕਰਨ ਦੀ ਲੋੜ ਸੀ। ਔਰ ਇਹ ਜਿਹੜਾ ਪੰਜਾਬ ਦਾ ਮਾਡਲ ਹੈ, ਅਸੀਂ ਇਹ ਸਮਝਦੇ ਹਾਂ ਕਿ ਮੰਡੀਕਰਨ ਦਾ ਕਾਰਨ ਹੈ ਕਿ ਪੰਜਾਬ ਅੱਜ ਸਭ ਤੋਂ ਵੱਧ ਜਿਹੜਾ ਜੇ ਪ੍ਰਤੀ ਸਕੁਅਰ ਕਿਲੋਮੀਟਰ ਸੜਕਾਂ ਦਾ ਜਾਲ ਵੇਖਿਆ ਜਾਵੇ, ਰੂਰਲ ਰੋਡ ਲਿੰਕ ਵਰਕ ਵੇਖਿਆ ਜਾਵੇ, ਤਾਂ ਉਹ ਪੰਜਾਬ ਇੱਕ ਆਪਣੇ ਆਪ ਦੇ ਵਿੱਚ ਨਮੂਨਾ ਹੈ। ਉਹ ਕਿੱਥੋਂ ਆਇਆ? ਉਹ ਮੰਡੀਕਰਨ ਦੇ ਵਿੱਚ ਜਿਹੜੀ ਮੰਡੀ ਫੀਸ ਸੀ, ਹੁਣ ਜਿਹੜੇ ਨਵੇਂ ਬਿੱਲ ਆ ਉਹਨਾਂ ਦੇ ਅਨੁਸਾਰ ਲਾਗੂ ਹੋਣ ਦੇ ਨਾਲ ਮੰਡੀ ਫੀਸ ਖਤਮ ਹੋ ਜਾਏਗੀ, ਸਰਕਾਰ ਦਾ ਇੱਕ ਬਹੁਤ ਵੱਡਾ ਰੈਵਨਿਊ ਖਤਮ ਹੋਏਗਾ। ਸਰਕਾਰ ਤਾਂ ਪਹਿਲਾਂ ਹੀ ਉਹਦੇ ਭਾਂਡੇ ਖਾਲੀ ਨੇ, ਉਹਦੇ ਕੋਲ ਤਾਂ ਪਹਿਲਾਂ ਹੀ ਰੈਵਨਿਊ ਨਹੀਂ ਹੈਗਾ। ਸੋ ਇਸ ਕਰਕੇ ਇਹਦੇ ਜਿਹੜੀਆਂ ਜਿੰਨਾ ਅਸੀਂ ਇਹਨੂੰ ਹੋਰ ਡੀਪਲੀ ਖੋਦਾਂਗੇ ਇਹਨਾਂ ਕਾਨੂੰਨਾਂ ਨੂੰ, ਇਹਦੇ ਵਿੱਚੋਂ ਸਾਨੂੰ ਹੋਰ ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਲੱਭਣ ਦੀ ਮਿਲਦੀ ਹੈ ਕਿ ਜਿਹੜੀ ਬਹੁਤ ਵੱਡੀ ਗੱਲ ਦੇ ਵਿੱਚ ਜਿਹੜੀ ਹੈ ਇਹਨੂੰ ਸਾਨੂੰ ਜਿਹੜਾ ਹੈਗਾ ਅਸੀਂ ਇਹਨੂੰ ਜਿੰਨਾ ਵੀ ਨਿੰਦਣਯੋਗ ਹੋਵੇ ਉਹਨਾਂ। ਔਰ ਮੈਂ ਇਸ ਮਾਧਿਅਮ ਰਾਹੀਂ ਸੈਂਟਰ ਦੀ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ, ਔਰ ਉਹਨਾਂ ਦੇ ਜਿਹੜੇ ਸ਼ਿਕਵੇ ਆ ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਨਹੀਂ, ਉਹਦੇ ਵਿੱਚ ਇਹ ਹੈ ਕਿ ਸਰਕਾਰ ਦਾ ਇੱਕ ਬੜਾ ਦ੍ਰਿੜ ਫੈਸਲਾ ਹੈ ਕਿ ਇਹ ਕਾਨੂੰਨ ਤਾਂ ਰਹਿਣਗੇ, ਇਸ ਤੋਂ ਇਲਾਵਾ ਹੋਰ ਗੱਲ ਕਰੋ। ਸੋ ਏਜੰਡਾ ਹੀ ਨਹੀਂ ਹੈ, ਤੇ ਇਸ ਕਰਕੇ ਉਹਦੇ ਚੋਂ ਨਿਕਲੇਗਾ ਕੀ? ਜੇ ਕਿਸਾਨਾਂ ਨੇ ਚੰਗੀ ਗੱਲ ਕੀਤੀ ਕਿ ਉਹਨਾਂ ਦੇ ਨਿਯੋਤੇ ਦੇ ਉੱਥੇ ਗਏ, ਗਾਂਹ ਵੀ ਜਾਣਾ ਚਾਹੀਦਾ ਉਹਨਾਂ ਨੂੰ, ਪਰ ਜਿੰਨਾ ਚਿਰ ਤੱਕ ਏਜੰਡਾ ਤੈਅ ਨਾ ਹੋਵੇ, ਜਦੋਂ ਕਿ ਜੇ ਦੋ ਧਿਰਾਂ ਦੇ ਵਿੱਚ ਗੱਲ ਹੁੰਦੀ ਜਾਂ ਤੇ ਜਿਹੜੀ ਤਕੋਨੀ ਗੱਲ ਹੁੰਦੀ ਆ, ਉਹਦੇ ਵਿੱਚ ਏਜੰਡਾ ਹੋਣਾ ਬੜਾ ਜ਼ਰੂਰੀ ਹੈ। ਮੈਂ ਮੈਨੇਜਮੈਂਟ ਦਾ ਵਿਦਿਆਰਥੀ ਹਾਂ, ਮੈਨੂੰ ਪਤਾ ਹੈ ਕਿ ਕੋਈ ਵੀ ਕੰਮ ਉਹਨਾਂ ਚਿਰ ਨੇਪਰੇ ਨਹੀਂ ਚੜ੍ਹ ਸਕਦਾ ਜਿੰਨਾ ਚਿਰ ਉਹਦਾ ਪ੍ਰੋਪਰ ਏਜੰਡਾ ਨਹੀਂ। ਔਰ ਏਜੰਡਾ ਜਿਹੜਾ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ, ਉਹਦੇ ਬਾਰੇ ਪਹਿਲਾਂ ਸਾਰੇ ਧਿਰਾਂ ਨੂੰ ਜਾਣਕਾਰੀ ਹੋਣੀ ਚਾਹੀਦੀ, ਔਰ ਉਸ ਏਜੰਡੇ ਨੂੰ ਲਾਗੂ ਕਰਨ ਵਾਲਾ ਆਦਮੀ ਉਸ ਮੀਟਿੰਗ ਦੇ ਵਿੱਚ ਪ੍ਰੈਜ਼ੈਂਟ ਹੋਣਾ ਚਾਹੀਦਾ। ਅਗਰ ਅਸੀਂ ਜੇ ਕਾਨੂੰਨ ਵਾਪਸ ਨਹੀਂ ਲੈਂਦੇ, ਬਿੱਲ ਵਾਪਸ ਨਹੀਂ ਲੈਂਦੇ, ਹਾਂਜੀ ਕਿਸਾਨਾਂ ਦੀ ਆਪਣਾ ਕੀ ਪ੍ਰਤੀਕਿਰਿਆ ਹੋਊਗੀ? ਹਾਂਜੀ, ਜੇ ਆਪਾਂ ਜੇ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ, ਹਾਂਜੀ, ਤੁਹਾਡਾ ਕੀ ਹੋਊਗਾ ਇਹਦੇ ਉੱਪਰ ਪ੍ਰਤੀਕਿਰਿਆ? ਮੇਰਾ ਇਹ ਹੈ ਕਿ ਲੰਮੀ ਸਟਰਗਲ ਹੈ, ਇਹ ਇੱਕ ਦਿਨ 'ਚ ਨਹੀਂ ਹੈਗੀ। ਕਿਸਾਨਾਂ ਨੂੰ ਆਪਣੀ ਲੜਾਈ ਲੜਦੇ ਰਹਿਣਾ ਚਾਹੀਦਾ, ਉਹਦੇ ਨਾਲ ਜੋ ਵੀ ਕੁਝ ਮਿਲੇ ਉਹ ਲੈਣਾ ਚਾਹੀਦਾ, ਕਿਉਂਕਿ ਇਹ ਲੰਬੀਆਂ ਸਟਰਗਲ ਹੁੰਦੀਆਂ ਨੇ। ਇੱਕ ਸਿਸਟਮ ਦੇ ਖਿਲਾਫ ਲੜਾਈ ਹੈ, ਇੱਕ ਇੰਡੀਵਿਜੂਅਲ ਦੇ ਨਹੀਂ। ਇੱਕ ਜ਼ਰੂਰੀ ਨਹੀਂ ਕਿ ਅੱਜ BJP ਦੀ ਸਰਕਾਰ ਆ, 1991 ਦੇ ਵਿੱਚ ਮਨਮੋਹਨ ਸਿੰਘ ਜਿਹੜੀ ਨਰਸਿਮਹਾ ਰਾਓ ਦੀ ਸਰਕਾਰ ਨੇ ਵੀ ਬੜੇ ਵੱਡੇ ਹੇਰ-ਫੇਰ ਕੀਤੇ, ਉਦੋਂ ਵੀ ਇਸ ਤਰ੍ਹਾਂ ਦੀਆਂ ਸਟਰਗਲ ਚੱਲੀਆਂ। ਪਰ ਇਹ ਜਿਹੜੀ ਆ ਖਾਸ ਤੌਰ 'ਤੇ ਮੈਂ ਸਮਝਦਾ ਜਿਸ ਦਿਸ਼ਾ ਦੇ ਵਿੱਚ ਸਾਡੀ ਖੇਤੀ ਪਹਿਲਾਂ ਹੀ ਸੰਕਟ ਦੇ ਵਿੱਚ ਆ, ਉਹਨੂੰ ਸੰਕਟ ਦੇ ਵਿੱਚ ਹੋਰ
ਧੱਕਣ ਦੀ ਕੋਸ਼ਿਸ਼ ਹੈ, ਇੱਕ ਉਹਦੇ ਜੋ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ। ਸੋ ਇਸ ਕਰਕੇ ਇਹਨੂੰ ਬਹੁਤ ਸਾਰਾ ਗੰਭੀਰਤਾ ਦੇ ਨਾਲ ਸਰਕਾਰਾਂ ਨੂੰ ਵੀ ਲੈਣਾ ਚਾਹੀਦਾ ਔਰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ, ਕਿਉਂਕਿ ਮੈਂ ਸਮਝਦਾ ਕਿਸਾਨ ਤਾਂ ਪੜ੍ਹੇ ਲਿਖੇ ਨਹੀਂ, ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੀ ਮਦਦ ਦੇ ਉੱਤੇ ਆਏ, ਲੋਕਾਂ ਨੇ ਲਿਖਿਆ, ਲੋਕਾਂ ਨੇ ਬੋਲਿਆ, ਲੋਕ ਕਲਾਕਾਰ ਹੋਰ ਜਿਹੜੇ ਵਿਦਵਾਨ ਲੋਕ ਨੇ ਉਹ ਇਹਦੇ ਹੱਕ ਦੇ ਵਿੱਚ ਆ ਰਹੇ ਨੇ। ਇਸ ਕਰਕੇ ਇਹਦਾ ਮਤਲਬ ਨਹੀਂ ਕਿਤੇ ਨਾ ਕਿਤੇ ਦੇ ਕੁਛ ਦਾਲ 'ਚ ਕਾਲਾ ਹੈਗਾ। ਸੋ ਇਸ ਕਰਕੇ ਇਸ ਨੂੰ ਵਿਚਾਰਨ ਦੀ ਲੋੜ ਆ। ਹਮੇਸ਼ਾ ਜਿਹੜੀਆਂ ਤਰੱਕੀਆਂ ਨੇ ਉਹ ਗੱਲਬਾਤ ਰਾਹੀਂ ਹੁੰਦੀਆਂ, ਸ਼ਾਂਤੀ ਦੇ ਨਾਲ ਹੁੰਦੀਆਂ। ਅਗਰ ਲੋਕਾਂ ਦੇ ਨਾਲ ਲੜਾਈ ਝਗੜੇ ਰੱਖੇ ਜਾਣਗੇ ਤਾਂ ਮੇਰਾ ਨਹੀਂ ਖਿਆਲ ਕੋਈ ਤਰੱਕੀ ਕੀਤੀ ਜਾ ਸਕਦੀ।